प्यारे विद्यार्थियों, सत श्री अकाल। मैं प्रियंका महाजन, साइंस मिस्ट्रैस, गवर्नमेंट गर्ल्स सीनियर सैकेंडरी स्कूल लोहियां खास जलंधर ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਬੇਟਾ, ਮੈਂ ਤੁਹਾਨੂੰ ਅੱਜ ਚੈਪਟਰ ਨੰਬਰ 14 ਸੋਰਸਿਸ ਆਫ એનર્ਜੀ ਊਰਜਾ ਦੇ ਸੋਮੇ ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ, ਸਮਝੋਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰੋਗੇ। ਤੇ ਚਲੋ ਬੇਟਾ ਅਸੀਂ ਸਟਾਰਟ ਕਰੀਏ। ਬੇਟਾ, ਤੁਸੀਂ ਸਾਰੇ ਜਾਣਦੇ ਹੋ ਕਿ ਭੌਤਿਕ ਅਤੇ ਰਸਾਇਣਿਕ ਕ੍ਰਿਆਵਾਂ ਦੌਰਾਨ ਕੁੱਲ ਊਰਜਾ ਸਥਿਰ ਰਹਿੰਦੀ ਹੈ ਤੇ ਊਰਜਾ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ, ਪਰੰਤੂ ਇਸ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। Energy can neither be created nor be destroyed. It can only be transformed from one form to another. ਬੇਟਾ, ਰੋਜ਼ਾਨਾ ਜੀਵਨ ਵਿੱਚ ਅਸੀਂ ਊਰਜਾ ਦੇ ਵੱਖਰੇ ਵੱਖਰੇ ਸਰੋਤਾਂ ਦੀ ਵਰਤੋਂ ਕਰਦੇ ਹਾਂ। ਤੁਸੀਂ ਜਾਣਦੇ ਹੋ, ਜੇ ਤੁਹਾਨੂੰ ਪੱਖਾ ਚਲਾਉਣਾ ਹੈ ਜਾਂ ਤੁਹਾਨੂੰ ਬਲਬ ਚਲਾਉਣਾ ਹੈ ਤਾਂ ਤੁਹਾਨੂੰ ਬਿਜਲੀ ਊਰਜਾ ਦੀ ਜ਼ਰੂਰਤ ਪੈਂਦੀ ਹੈ। ਜੇ ਤੁਹਾਨੂੰ ਕੋਈ ਭਾਰੀ ਚੀਜ਼ ਚੱਕਣੀ ਹੈ ਤਾਂ ਤੁਹਾਨੂੰ ਆਪਣੀ ਮਾਸਪੇਸ਼ੀਆਂ ਦੀ ਊਰਜਾ ਦੀ ਜ਼ਰੂਰਤ ਪੈਂਦੀ ਹੈ। ਜੇਕਰ ਤੁਸੀਂ ਰੋਟੀ ਪਕਾਉਣੀ ਹੈ ਤਾਂ ਤੁਹਾਨੂੰ ਰਸਾਇਣਿਕ ਊਰਜਾ ਦੀ ਜ਼ਰੂਰਤ ਹੁੰਦੀ ਹੈ ਨਾ। ਅਤੇ ਬੇਟਾ, ਰੋਜ਼ਾਨਾ ਜੀਵਨ ਵਿੱਚ ਅਸੀਂ ਊਰਜਾ ਦੇ ਵੱਖਰੇ ਵੱਖਰੇ ਸਰੋਤਾਂ ਦੀ ਵਰਤੋਂ ਕਰਦੇ ਹਾਂ। ਜਿਹੜੇ ਊਰਜਾ ਦੇ ਸਰੋਤ ਦੀ ਵਰਤੋਂ ਅਸੀਂ ਕੰਮ ਕਰਨ ਲਈ ਕਰਦੇ ਹਾਂ ਉਹ ਖਪਤ ਹੋ ਜਾਂਦੇ ਆ, ਉਹਨਾਂ ਦਾ ਯੂਜ਼ ਹੋ ਜਾਂਦਾ ਹੈ ਅਤੇ ਉਹ ਦੁਬਾਰਾ ਨਹੀਂ ਵਰਤੇ ਜਾ ਸਕਦੇ। ਅਤੇ ਸਰੀਰਕ ਕੰਮ ਕਰਨ ਲਈ ਮਾਸਪੇਸ਼ੀਆਂ ਦੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਉਪਕਰਨਾਂ ਨੂੰ ਚਲਾਉਣ ਲਈ ਬਿਜਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਖਾਣਾ ਪਕਾਉਣਾ ਹੈ ਜਾਂ ਕੋਈ ਵਾਹਨ ਚਲਾਉਣਾ ਹੈ ਤਾਂ ਰਸਾਇਣਿਕ ਊਰਜਾ ਦੀ ਜ਼ਰੂਰਤ ਹੁੰਦੀ ਹੈ। ਊਰਜਾ ਪ੍ਰਾਪਤ ਕਰਨ ਲਈ ਫਿਰ ਸਾਨੂੰ ਇੱਕ ਚੰਗੇ ਊਰਜਾ ਸਰੋਤ ਜਾਂ ਊਰਜਾ ਦੇ ਸੋਮੇ ਨੂੰ ਪ੍ਰਾਪਤ ਕਰਨਾ ਪਵੇਗਾ। ਅਤੇ ਬੇਟਾ, ਇੱਕ ਚੰਗਾ ਊਰਜਾ ਦਾ ਸੋਮਾ ਕੀ ਹੈ? ਕਿਹੜਾ ਸੋਮਾ ਇੱਕ ਚੰਗਾ ਊਰਜਾ ਦਾ ਸੋਮਾ ਹੈ? ਇੱਕ ਚੰਗਾ ਊਰਜਾ ਦਾ ਸੋਮਾ ਉਹ ਹੈ ਜੋ ਆਸਾਨੀ ਨਾਲ ਮਿਲ ਸਕੇ, ਜਿਸ ਨੂੰ ਤੁਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ, ਆਪਣੇ ਆਲੇ ਦੁਆਲੇ ਤੋਂ ਵੀ ਤੁਹਾਨੂੰ ਆਰਾਮ ਨਾਲ ਆਸਾਨੀ ਨਾਲ ਮਿਲ ਜਾਵੇ। ਜਿਹੜਾ ਸਸਤਾ ਹੋਵੇ, ਜਿਸ ਉੱਤੇ ਬਹੁਤੇ ਪੈਸੇ ਨਾ ਖਰਚੇ ਜਾਣ। ਫਿਰ ਜਿਹੜਾ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਇਆ ਜਾ ਸਕੇ, ਜਿਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਣ ਵਿੱਚ ਤੁਹਾਨੂੰ ਕੋਈ ਮੁਸ਼ਕਿਲ ਨਾ ਆਵੇ। ਅਤੇ ਜਿਹੜਾ ਥੋੜ੍ਹੀ ਮਾਤਰਾ ਵਿੱਚ ਵੀ ਸਾਨੂੰ ਵੱਧ ਊਰਜਾ ਦੇਵੇ, ਮਤਲਬ ਜਿਹੜਾ ਸੋਮਾ ਥੋੜ੍ਹੀ ਮਾਤਰਾ ਵਿੱਚ ਸਾਨੂੰ ਵੱਧ ਊਰਜਾ ਪ੍ਰਦਾਨ ਕਰੇ, ਹੈ ਨਾ। ਇਹ ਗੁਣ ਜਿਸ ਵੀ ਸੋਮੇ ਵਿੱਚ ਹੋਣਗੇ, ਇਹ ਸਾਰੇ ਗੁਣ ਉਹ ਸੋਮਾ ਇੱਕ ਚੰਗਾ ਊਰਜਾ ਦਾ ਸੋਮਾ ਅਖਵਾਏਗਾ। ਅਤੇ ਬੇਟੇ, ਇੱਕ ਚੰਗੇ ਊਰਜਾ ਸਰੋਤ ਦੇ ਗੁਣ ਕਿਹੜੇ ਹਨ? ਇੱਕ ਚੰਗਾ ਊਰਜਾ ਸਰੋਤ ਉਹ ਹੈ ਜਿਸ ਦਾ ਕੈਲੋਰੀ ਮੁੱਲ ਜ਼ਿਆਦਾ ਹੋਵੇ, ਜਿਸ ਦਾ ਜਲਨ ਤਾਪਮਾਨ ਉਚਿਤ ਹੋਵੇ, ਮਤਲਬ ਨਾ ਤਾਂ ਉਸਦਾ ਜਲਨ ਤਾਪਮਾਨ ਬਹੁਤਾ ਘੱਟ ਹੋਵੇ ਅਤੇ ਨਾ ਹੀ ਬਹੁਤਾ ਵੱਧ ਹੋਵੇ, ਉਸਦਾ ਜਲਨ ਤਾਪਮਾਨ ਉਚਿਤ ਹੋਵੇ। ਫਿਰ ਜਿਹੜਾ ਸਸਤਾ ਹੋਵੇ, ਜਿਸ ਉੱਤੇ ਬਹੁਤੇ ਪੈਸੇ ਨਾ ਖਰਚਣੇ ਪੈਣ, ਹਰ ਕੋਈ ਉਸਨੂੰ ਪ੍ਰਾਪਤ ਕਰ ਸਕੇ। ਅਤੇ ਜਿਹੜਾ ਹਾਨੀਕਾਰਕ ਪਦਾਰਥ ਪੈਦਾ ਨਾ ਕਰਦਾ ਹੋਵੇ, ਕੋਈ ਜ਼ਹਿਰੀਲੀ ਗੈਸ ਨਾ ਪੈਦਾ ਕਰੇ, ਕੋਈ ਵੀ ਹਾਨੀਕਾਰਕ ਪਦਾਰਥ ਜਿਸ ਤੋਂ ਨਾ ਪੈਦਾ ਹੋਏ, ਅਜਿਹਾ ਜਿਹੜਾ ਊਰਜਾ ਦਾ ਸੋਮਾ ਹੋਏਗਾ ਉਹ ਵਧੀਆ ਸਰੋਤ ਹੋਏਗਾ ਊਰਜਾ ਦਾ। ਅਤੇ ਬੇਟਾ, ਹੁਣ ਤੁਸੀਂ ਮੁੱਕਣਯੋਗ ਜਾਂ ਨਾ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਵੀ ਸੁਣਿਆ ਹੋਵੇਗਾ। ਇਹ ਕੀ ਹੁੰਦੇ ਹਨ? ਉਹ ਊਰਜਾ ਸਰੋਤ ਜਿਨ੍ਹਾਂ ਨੂੰ ਕੁਦਰਤ ਵਿੱਚ ਬਣਨ ਵਿੱਚ ਬਹੁਤ ਲੰਬਾ ਸਮਾਂ ਲੱਗਦਾ ਹੈ ਅਤੇ ਜੇਕਰ ਇਹ ਇੱਕ ਵਾਰ ਖਤਮ ਹੋ ਜਾਣ ਤਾਂ ਇਹ ਜਲਦੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਅਜਿਹੇ ਜਿਹੜੇ ਊਰਜਾ ਦੇ ਸਰੋਤ ਹਨ, ਇਹਨਾਂ ਨੂੰ ਮੁੱਕਣਯੋਗ ਜਾਂ ਫਿਰ ਨਾ ਨਵਿਆਉਣਯੋਗ ਊਰਜਾ ਸਰੋਤ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਇਹਨਾਂ ਨੂੰ ਬਣਨ ਵਿੱਚ ਕਈ ਲੱਖਾਂ ਕਰੋੜਾਂ ਸਾਲ ਲੱਗ ਜਾਂਦੇ ਆ। ਇਸ ਕਰਕੇ ਇਹ ਊਰਜਾ ਦੇ ਜਿਹੜੇ ਸਰੋਤ ਹੈ ਇਹ ਮੁੱਕਣਯੋਗ ਜਾਂ ਫਿਰ ਨਾ ਨਵਿਆਉਣਯੋਗ ਊਰਜਾ ਦੇ ਸਰੋਤ ਹਨ। ਹੁਣ ਪਥਰਾਟ ਬਾਲਣ ਬਾਰੇ ਅਸੀਂ ਪੜ੍ਹ ਰਹੇ ਹਾਂ। ਪਥਰਾਟ ਬਾਲਣ ਮੁੱਕਣਯੋਗ ਊਰਜਾ ਸਰੋਤ ਹਨ। ਪਥਰਾਟ ਬਾਲਣ ਵਿੱਚ ਕੋਲਾ, ਪੈਟਰੋਲੀਅਮ ਇਹ ਸਭ ਆਉਂਦੇ ਆ ਨਾ, ਅਤੇ ਜਿਹੜਾ ਪਥਰਾਟ ਬਾਲਣ ਹੈ ਉਹ ਮੁੱਕਣਯੋਗ ਊਰਜਾ ਸਰੋਤ ਹੈ। ਊਰਜਾ ਦੀ ਵੱਧਦੀ ਮੰਗ ਜ਼ਿਆਦਾਤਰ ਖਣਿਜ ਪਦਾਰਥ ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਨਾਲ ਹੀ ਪੂਰੀ ਕੀਤੀ ਜਾਂਦੀ ਹੈ, ਇਹ ਤੁਸੀਂ ਸਾਰੇ ਹੀ ਜਾਣਦੇ ਹੋ। ਅਤੇ ਬੇਟਾ, ਜਿਹੜੇ ਪਥਰਾਟ ਬਾਲਣ ਹਨ ਉਹ ਨਾ ਨਵਿਆਉਣਯੋਗ ਊਰਜਾ ਸਰੋਤ ਹਨ। ਕਿਉਂਕਿ ਜੇ ਇਹ ਇੱਕ ਵਾਰ ਖਤਮ ਹੋ ਗਏ ਤਾਂ ਇਹਨਾਂ ਨੂੰ ਮੁੜ ਬਣਾਉਣ ਵਿੱਚ ਲੱਖਾਂ ਕਰੋੜਾਂ ਸਾਲ ਲੱਗ ਜਾਣਗੇ। ਅਤੇ ਬੇਟਾ, ਬਲਨ 'ਤੇ ਇਹ ਹਾਨੀਕਾਰਕ ਗੈਸਾਂ ਪੈਦਾ ਕਰਦੇ ਹਨ ਅਤੇ ਜਿਹੜੀਆਂ ਗੈਸਾਂ ਫਿਰ ਤੇਜ਼ਾਬੀ ਵਰਖਾ ਦਾ ਕਾਰਨ ਬਣਦੀਆਂ ਹਨ।
ਫਿਰ ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਥਰਮਲ ਪਾਵਰ ਪਲਾਂਟ ਬਾਰੇ। ਬੇਟਾ ਬਹੁਤ ਜ਼ਿਆਦਾ ਮਾਤਰਾ ਵਿੱਚ ਪਥਰਾਟ ਪਦਾਰਥਾਂ ਨਾਲ ਪਾਵਰ ਪਲਾਂਟਾਂ ਵਿੱਚ ਪਾਣੀ ਤੋਂ ਭਾਫ਼ ਪ੍ਰਾਪਤ ਕੀਤੀ ਜਾਂਦੀ ਹੈ, ਜੋ ਕਿ ਟਰਬਾਈਨਾਂ ਦੁਆਰਾ ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ। ਅਸਲ ਵਿੱਚ ਹੁੰਦਾ ਕੀ ਹੈ ਕਿ ਥਰਮਲ ਪਾਵਰ ਪਲਾਂਟ ਵਿੱਚ ਇਹ ਪਥਰਾਟ ਬਾਲਣ ਬਾਲੇ ਜਾਂਦੇ ਹਨ। ਫਿਰ ਉਹਨਾਂ ਤੋਂ ਜਿਹੜੀ ਹੀਟ ਐਨਰਜੀ ਪੈਦਾ ਹੁੰਦੀ ਹੈ, ਉਹ ਹੀਟ ਤੋਂ ਫਿਰ ਪਾਣੀ ਜਿਹੜਾ ਉਹ ਭਾਫ਼ ਵਿੱਚ ਬਦਲਦਾ ਹੈ। ਫਿਰ ਇਸ ਭਾਫ਼ ਤੋਂ ਟਰਬਾਈਨ ਜਿਹੜੀ ਹੈ ਉਹ ਘੁੰਮਦੀ ਹੈ ਅਤੇ ਟਰਬਾਈਨ ਨਾਲ ਜਿਹੜੀ ਹੈ ਫਿਰ ਉਸ ਦੁਆਰਾ ਉਹ ਬਿਜਲੀ ਪੈਦਾ ਕੀਤੀ ਜਾਂਦੀ ਹੈ। ਬੇਟਾ ਥਰਮਲ ਪਾਵਰ ਪਲਾਂਟ ਸ਼ਬਦ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਬਾਲਣ ਨੂੰ ਜਲਾ ਕੇ ਤਾਪ ਊਰਜਾ ਪੈਦਾ ਕੀਤੀ ਜਾਂਦੀ ਹੈ ਇਸ ਪਲਾਂਟ ਵਿੱਚ, ਅਤੇ ਜਿਸ ਨੂੰ ਬਿਜਲੀ ਊਰਜਾ ਵਿੱਚ ਬਦਲਿਆ ਜਾਂਦਾ ਹੈ। ਮਤਲਬ ਥਰਮਲ ਪਾਵਰ ਪਲਾਂਟ ਸ਼ਬਦ ਵਿੱਚ ਜਿਹੜਾ ਥਰਮਲ ਸ਼ਬਦ ਹੈ ਉਹ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਬਾਲਣ ਨੂੰ ਜਲਾ ਕੇ ਤਾਪ ਊਰਜਾ ਪੈਦਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਫਿਰ ਬਿਜਲੀ ਊਰਜਾ ਵਿੱਚ ਬਦਲਿਆ ਜਾਂਦਾ ਹੈ। ਬੇਟਾ ਨੈਕਸਟ ਇਜ਼ ਹਾਈਡਰੋ ਪਾਵਰ ਪਲਾਂਟ, ਪਨ ਪਾਵਰ ਪਲਾਂਟ। ਬੇਟਾ ਹਾਈਡਰੋ ਪਾਵਰ ਪਲਾਂਟਾਂ ਵਿੱਚ ਡਿੱਗਦੇ ਪਾਣੀ ਦੀ ਸਥਿਤੀਜ ਊਰਜਾ ਨੂੰ ਬਿਜਲੀ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ। ਬੇਟਾ ਪਨ ਬਿਜਲੀ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਦੇ ਵਹਾਅ ਨੂੰ ਰੋਕ ਕੇ ਪਾਣੀ ਦੇ ਵੱਡੇ ਭੰਡਾਰ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਹੈ, ਅਤੇ ਇਸ ਲਈ ਫਿਰ ਉੱਚੇ ਉੱਚੇ ਬੰਨ੍ਹ ਬਣਾਏ ਜਾਂਦੇ ਹਨ ਤਾਂ ਕਿ ਪਾਣੀ ਨੂੰ ਇਕੱਠਾ ਕੀਤਾ ਜਾ ਸਕੇ, ਪਾਣੀ ਦਾ ਭੰਡਾਰਨ ਕੀਤਾ ਜਾ ਸਕੇ। ਫਿਰ ਬੰਨ੍ਹ ਦੇ ਉੱਪਰਲੇ ਭਾਗਾਂ ਤੋਂ ਪਾਈਪਾਂ ਦੁਆਰਾ ਪਾਣੀ ਬੰਨ੍ਹ ਦੇ ਆਧਾਰ ਦੇ ਕੋਲ ਸਥਾਪਿਤ ਟਰਬਾਈਨ ਦੇ ਬਲੇਡਾਂ ਉੱਤੇ ਡਿੱਗਦਾ ਹੈ, ਜਿਸ ਦੇ ਨਤੀਜੇ ਵਜੋਂ ਟਰਬਾਈਨ ਦੇ ਬਲੇਡ ਘੁੰਮਣ ਗਤੀ ਕਰਦੇ ਹਨ ਅਤੇ ਬਲੇਡ ਦੁਆਰਾ ਫਿਰ ਬਿਜਲੀ ਪੈਦਾ ਹੁੰਦੀ ਹੈ। ਅਤੇ ਜਿਹੜੀ ਬੇਟਾ ਬਿਜਲੀ ਪੈਦਾ ਹੁੰਦੀ ਹੈ ਉਸ ਦੇ ਬਹੁਤ ਲਾਭ ਹਨ। ਬਿਜਲੀ ਊਰਜਾ ਦੇ ਲਾਭ ਤੁਹਾਨੂੰ ਸਮਝਾਉਂਦੇ ਹਾਂ। ਪਨ ਊਰਜਾ ਇੱਕ ਸਾਫ਼ ਅਤੇ ਪੂਰਤੀਯੋਗ ਊਰਜਾ ਸੋਮ ਹੈ। ਬੇਟਾ ਇਹ ਜਿਹੜੀ ਹਾਈਡਰੋ ਪਾਵਰ ਪਲਾਂਟ ਤੋਂ ਬਿਜਲੀ ਪੈਦਾ ਹੋਏਗੀ, ਇਸ ਵਿੱਚ ਪਾਣੀ ਦੀ ਵਰਤੋਂ ਹੋਣੀ ਹੈ, ਅਤੇ ਜਿਹੜੀ ਪਨ ਊਰਜਾ ਹੈ ਉਹ ਬਿਲਕੁਲ ਸਾਫ਼ ਸੁਥਰਾ ਸੋਮ ਹੈ ਅਤੇ ਇੱਕ ਪੂਰਤੀਯੋਗ ਊਰਜਾ ਦਾ ਸਰੋਤ ਹੈ, ਅਤੇ ਇਸ ਕਰਕੇ ਇਹ ਪ੍ਰਦੂਸ਼ਣ ਪੈਦਾ ਨਹੀਂ ਕਰਦਾ। ਦੂਜੀ ਗੱਲ, ਭਾਰਤ ਦਾ 1/4 ਊਰਜਾ ਦੀ ਪੂਰਤੀ ਹਾਈਡਰੋ ਪਾਵਰ ਪਲਾਂਟਾਂ ਦੁਆਰਾ ਹੁੰਦੀ ਹੈ। ਭਾਰਤ ਦੀ ਜਿਹੜੀ 1/4 ਊਰਜਾ ਦੀ ਪੂਰਤੀ ਹੈ ਉਹ ਹਾਈਡਰੋ ਪਾਵਰ ਪਲਾਂਟਾਂ ਦੁਆਰਾ ਹੁੰਦੀ ਹੈ। ਨੈਕਸਟ, ਪਨ ਬਿਜਲੀ ਊਰਜਾ ਦੀਆਂ ਹਾਨੀਆਂ। ਬੇਟੇ ਜਿੱਥੇ ਇਸ ਦੇ ਬਹੁਤ ਸਾਰੇ ਲਾਭ ਹਨ ਉੱਥੇ ਕੁਝ ਹਾਨੀਆਂ ਵੀ ਹਨ। ਪਹਿਲੀ ਹਾਨੀ ਇਹ ਹੈ ਕਿ ਖੇਤੀਯੋਗ ਭੂਮੀ ਦਾ ਨਸ਼ਟ ਹੋਣਾ। ਬੇਟਾ ਜਦੋਂ ਬੰਨ੍ਹ ਬਣਾਏ ਜਾਂਦੇ ਹੈ, ਪਾਣੀ ਦਾ ਭੰਡਾਰਨ ਕੀਤਾ ਜਾਂਦਾ ਹੈ, ਉਸ ਲਈ ਕਾਫੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ਅਤੇ ਜਿਸ ਕਰਕੇ ਜਿਹੜੀ ਖੇਤੀਯੋਗ ਭੂਮੀ ਹੈ ਉਸ ਦੀ ਵਰਤੋਂ ਕਰ ਲਈ ਜਾਂਦੀ ਹੈ ਅਤੇ ਖੇਤੀਯੋਗ ਭੂਮੀ ਨਸ਼ਟ ਹੋ ਜਾਂਦੀ ਹੈ। ਮਨੁੱਖ ਵਸੋਂ ਵਾਲੇ ਖੇਤਰ ਪਾਣੀ ਵਿੱਚ ਡੁੱਬਣ ਕਾਰਨ ਨਸ਼ਟ ਹੋ ਜਾਂਦੇ ਹਨ। ਇਹ ਇਸ ਦਾ ਦੂਜੀ ਹਾਨੀ ਦਾ ਕਾਰਨ ਹੈ। ਬੇਟਾ ਇੱਕ ਇਹਦੀ ਹਾਨੀ ਹੋਰ ਹੈ ਕਿ ਜੋ ਪੇੜ ਪੌਦੇ ਬਨਸਪਤੀ ਆਦਿ ਪਾਣੀ ਵਿੱਚ ਡੁੱਬ ਜਾਂਦੇ ਹਨ, ਉਹ ਆਕਸੀਜਨ ਰਹਿਤ ਸਥਿਤੀ ਵਿੱਚ ਸੜਨ ਲੱਗਦੇ ਹਨ ਅਤੇ ਉਹਨਾਂ ਦਾ ਵਿਘਟਨ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਘਟਿਤ ਹੋ ਕੇ ਇਹ ਵਿਸ਼ਾਲ ਮਾਤਰਾ ਵਿੱਚ ਮੀਥੇਨ ਗੈਸ ਪੈਦਾ ਕਰਦੇ ਹਨ, ਅਤੇ ਮੀਥੇਨ ਗੈਸ ਵੀ ਗ੍ਰੀਨ ਹਾਊਸ ਗੈਸ ਹੈ, ਅਤੇ ਇਹ ਵੀ ਮਤਲਬ ਪਨ ਬਿਜਲੀ ਊਰਜਾ ਦੀ ਇੱਕ ਹਾਨੀ ਹੈ। ਬੇਟਾ ਉਸ ਤੋਂ ਬਾਅਦ ਥੱਲੇ ਤੁਸੀਂ ਦੇਖੋ, ਡਾਇਨਮੋ ਯਾਂਤਰਿਕ ਊਰਜਾ ਨੂੰ ਬਿਜਲੀ ਵਿੱਚ ਬਦਲਦਾ ਹੈ। ਹੁਣ ਕਿਸ ਤਰ੍ਹਾਂ ਬਦਲਦਾ ਹੈ, ਇਹ ਇਹਨਾਂ ਨੇ ਇੱਕ ਮਾਡਲ ਦਰਸਾਇਆ ਹੈ। ਤਾਪ ਬਿਜਲੀ ਉਤਪਾਦਨ ਦੀ ਪ੍ਰਕਿਰਿਆ ਨੂੰ ਦਰਸਾਉਣ ਲਈ ਇੱਕ ਮਾਡਲ ਬਣਾਇਆ ਗਿਆ। ਬੇਟਾ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਪ੍ਰੈਸ਼ਰ ਕੁੱਕਰ ਹੈ। ਪ੍ਰੈਸ਼ਰ ਕੁੱਕਰ ਵਿੱਚ ਪਾਣੀ ਹੈ, ਪਾਣੀ ਨੂੰ ਤੁਸੀਂ ਹੀਟ ਕੀਤਾ, ਤਾਪ ਊਰਜਾ ਦਿੱਤੀ, ਅਤੇ ਜਿੱਥੇ ਸੀਟੀ ਸੀ ਪ੍ਰੈਸ਼ਰ ਕੁੱਕਰ ਦੀ ਉਹ ਹਟਾ ਕੇ ਇੱਕ ਭਾਫ਼ ਲਈ ਨਲੀ ਲਗਾ ਦਿੱਤੀ ਹੋਈ ਹੈ। ਬੇਟਾ ਜਦੋਂ ਉਹ ਪਾਣੀ ਨੂੰ ਤਾਪ ਊਰਜਾ ਦਿੱਤੀ ਅਤੇ ਪਾਣੀ ਭਾਫ਼ ਵਿੱਚ ਬਦਲੇਗਾ, ਉਹ ਭਾਫ਼ ਇਸ ਨਲੀ ਵਿੱਚੋਂ ਨਿਕਲੇਗੀ ਅਤੇ ਇੱਕ ਟੈਨਿਸ ਦੀ ਗੇਂਦ ਉੱਤੇ ਕੁਝ ਬਲੇਡਸ ਲਾਏ ਹੈ ਅਤੇ ਉਹ ਟਰਬਾਈਨ ਦੀ ਤਰ੍ਹਾਂ ਜਿਹੜੀ ਹੈ ਬਿਹੇਵ ਕਰ ਰਹੀ ਹੈ। ਜਦੋਂ ਭਾਫ਼ ਇਸ ਟਰਬਾਈਨ 'ਤੇ ਪਏਗੀ ਤਾਂ ਇਹ ਟਰਬਾਈਨ ਘੁੰਮਣਾ ਸ਼ੁਰੂ ਕਰੇਗੀ, ਜਿਸ ਕਰਕੇ ਉਸਦੀ ਸ਼ਾਫਟ ਵੀ ਰੋਟੇਟ ਕਰੇਗੀ। ਸ਼ਾਫਟ ਜਿਹੜੀ ਹੈ ਉਹ ਡਾਇਨਮੋ ਨਾਲ ਕਨੈਕਟਿਡ ਹੈ, ਜਿਸ ਕਰਕੇ ਡਾਇਨਮੋ ਵਰਕ ਕਰੇਗਾ। ਡਾਇਨਮੋ ਜਦੋਂ ਵਰਕ ਕਰੇਗਾ ਤਾਂ ਫਿਰ ਬਿਜਲੀ ਪੈਦਾ ਹੋਏਗੀ ਅਤੇ ਇੱਥੇ ਲੱਗਿਆ ਹੋਇਆ ਬਲਬ ਜਿਹੜਾ ਉਹ ਜਲਣਾ ਸ਼ੁਰੂ ਹੋ ਜਾਏਗਾ, ਚਮਕਣਾ ਸ਼ੁਰੂ ਹੋ ਜਾਏਗਾ। ਨੈਕਸਟ, ਬਾਇਓਮਾਸ। ਬੇਟਾ ਲੱਕੜ ਅਤੇ ਗੋਬਰ ਬਾਲਣ ਦੇ ਤੌਰ 'ਤੇ ਵਰਤੇ ਜਾਂਦੇ ਹਨ ਕਿਉਂਕਿ ਇਹ ਬਾਲਣ ਪੌਦੇ ਅਤੇ ਪਸ਼ੂ ਉਤਪਾਦ ਹਨ, ਇਸ ਲਈ ਇਹਨਾਂ ਨੂੰ ਬਾਇਓਮਾਸ ਜਾਂ ਜੀਵ ਪੁੰਜ ਕਹਿੰਦੇ ਹਨ। ਫਿਰ ਇਹ ਬਾਲਣ ਵਧੇਰੇ ਤਾਪ ਪੈਦਾ ਨਹੀਂ ਕਰਦੇ ਅਤੇ ਧੂਆਂ ਪੈਦਾ ਕਰਦੇ ਹਨ।
ਮਤਲਬ ਜਿਹੜਾ ਬਾਇਓਮਾਸ ਹੈ ਉਸ ਵਿੱਚ ਲੱਕੜ ਅਤੇ ਗੋਬਰ ਇਹ ਸਾਰੇ ਆਉਣਗੇ। ਬਾਇਓਮਾਸ ਵਿੱਚ ਪੌਦੇ ਅਤੇ ਪਸ਼ੂਆਂ ਤੋਂ ਪ੍ਰਾਪਤ ਸਾਰੇ ਪਦਾਰਥ ਆ ਜਾਂਦੇ ਹਨ। ਅਤੇ ਬੇਟਾ ਇਹ ਜਿਹੜਾ ਬਾਲਣ ਹੈ, ਇਸ ਤਰ੍ਹਾਂ ਦਾ ਬਾਲਣ ਜਿਹੜਾ ਹੈ ਉਹ ਤਾਪ ਅਤੇ ਜ਼ਿਆਦਾ ਮਾਤਰਾ ਵਿੱਚ ਪੈਦਾ ਨਹੀਂ ਕਰਦਾ, ਪਰ ਇਸ ਤੋਂ ਧੂੰਆਂ ਬਹੁਤ ਪੈਦਾ ਹੁੰਦਾ ਹੈ। ਇਸ ਲਈ ਇਹਨਾਂ ਬਾਲਣਾਂ ਦੀ ਕੁਸ਼ਲਤਾ ਵਧਾਉਣ ਲਈ ਤਕਨੋਲੋਜੀ ਦਾ ਸਹਾਰਾ ਲੈਣਾ ਜ਼ਰੂਰੀ ਹੈ। ਹੁਣ ਉਹ ਸਹਾਰਾ ਕਿਸ ਤਰ੍ਹਾਂ ਲਿਆ ਗਿਆ ਹੈ, ਉਹ ਤੁਹਾਨੂੰ ਬਾਇਓਗੈਸ ਪਲਾਂਟ ਬਾਰੇ ਅਸੀਂ ਦੱਸਾਂਗੇ ਤਾਂ ਤੁਹਾਨੂੰ ਕਲੀਅਰ ਹੋਏਗਾ। ਬੇਟਾ ਸਭ ਤੋਂ ਪਹਿਲਾਂ ਬਾਇਓ ਜਾਂ ਗੋਬਰ ਗੈਸ ਕੀ ਹੁੰਦੀ ਹੈ। ਗੋਹਾ ਗੋਬਰ ਫਸਲਾਂ ਦੇ ਕੱਟਣ ਤੋਂ ਬਾਅਦ ਬਚੀ ਰਹਿੰਦ ਖੂੰਹਦ, ਸਬਜ਼ੀਆਂ ਦੇ ਵਾਧੂ ਪਦਾਰਥ ਅਤੇ ਮਲ ਮੂਤਰ ਜਦੋਂ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੁੰਦੇ ਹਨ ਤਾਂ ਉਹ ਬਾਇਓਗੈਸ ਬਣਾਉਂਦੇ ਹਨ, ਤਾਂ ਉਹਨਾਂ ਵਿੱਚੋਂ ਬਾਇਓਗੈਸ ਨਿਕਲਦੀ ਹੈ। ਬਾਇਓਗੈਸ ਪਲਾਂਟ ਵਿੱਚ ਇੱਕ ਇੱਟਾਂ ਤੋਂ ਬਣੀ ਗੁੰਬਦ ਜਿਹੀ ਰਚਨਾ ਹੁੰਦੀ ਹੈ ਅਤੇ ਬਾਇਓਗੈਸ ਬਣਾਉਣ ਲਈ ਮਿਸ਼ਰਣ ਟੈਂਕ ਵਿੱਚ, ਇਹ ਜਿਹੜਾ ਮਿਸ਼ਰਣ ਟੈਂਕ ਹੈ, ਮਿਸ਼ਰਣ ਟੈਂਕ ਵਿੱਚ ਗੋਹੇ ਅਤੇ ਪਾਣੀ ਦਾ ਇੱਕ ਗਾੜਾ ਮਿਸ਼ਰਣ, ਜਿਸ ਨੂੰ ਕਿ ਸਲਰੀ ਕਹਿੰਦੇ ਹਨ, ਬਣਾਇਆ ਜਾਂਦਾ ਹੈ। ਇੱਥੋਂ ਇਹ ਮਿਸ਼ਰਣ ਡਾਈਜੈਸਟਰ ਵਿੱਚ, ਇਸ ਜਗ੍ਹਾ 'ਤੇ ਡਾਈਜੈਸਟਰ ਵਿੱਚ ਪਾ ਦਿੱਤਾ ਜਾਂਦਾ, ਚਲਾ ਜਾਂਦਾ ਹੈ। ਡਾਈਜੈਸਟਰ ਦੇ ਚਾਰੇ ਪਾਸੇ ਮਤਲਬ ਜਿਹੜਾ ਹੈ ਉਹ ਇੱਟਾਂ ਲੱਗੀਆਂ ਹੁੰਦੀਆਂ, ਬੰਦ ਹੁੰਦਾ ਹੈ, ਚਾਰੇ ਪਾਸੇ ਤੋਂ ਬੰਦ ਇੱਕ ਚੈਂਬਰ ਹੁੰਦਾ ਇਹ, ਅਤੇ ਇਸ ਵਿੱਚ ਆਕਸੀਜਨ ਨਹੀਂ ਹੁੰਦੀ। ਇਸ ਵਿੱਚ ਅਣਆਕਸੀ ਸੂਖਮ ਜੀਵ ਜਿਹੜੇ ਹੈ ਉਹ ਹੁੰਦੇ ਹਨ। ਇਹਨਾਂ ਨੂੰ ਜੀਵਿਤ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਨਹੀਂ ਹੁੰਦੀ। ਇਹ ਜੀਵ ਗੋਹੇ ਦੀ ਸਲਰੀ ਦੇ ਜਟਿਲ ਯੌਗਿਕਾਂ ਨੂੰ ਅਪਘਟਿਤ ਕਰ ਦਿੰਦੇ ਹਨ ਅਤੇ ਇਸ ਅਪਘਟਨ ਪ੍ਰਕਿਰਿਆ ਦੇ ਦੌਰਾਨ, ਮਤਲਬ ਜਦੋਂ ਅਪਘਟਨ ਪ੍ਰਕਿਰਿਆ ਪੂਰੀ ਹੁੰਦੀ ਹੈ ਤਾਂ ਇਸ ਦੇ ਨਤੀਜੇ ਵਜੋਂ ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਅਤੇ ਹਾਈਡਰੋਜਨ ਸਲਫਾਈਡ ਜਿਹੀਆਂ ਗੈਸਾਂ ਪੈਦਾ ਹੁੰਦੀਆਂ ਹਨ ਅਤੇ ਇਸ ਵਿੱਚ ਕੁਝ ਦਿਨ ਲੱਗਦੇ ਹਨ ਇਹ ਸਾਰੀਆਂ ਗੈਸਾਂ ਪੈਦਾ ਹੋਣ ਵਿੱਚ। ਫਿਰ ਬਾਇਓਗੈਸ ਨੂੰ ਡਾਈਜੈਸਟਰ ਉੱਪਰ ਬਣੀ ਗੈਸ ਟੈਂਕੀ ਵਿੱਚ ਇਕੱਠਾ ਕੀਤਾ ਜਾਂਦਾ ਹੈ ਇਸ ਜਗ੍ਹਾ 'ਤੇ, ਅਤੇ ਇਸ ਨੂੰ ਪਾਈਪ ਰਾਹੀਂ ਗੈਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਅਤੇ ਉਸ ਤਰ੍ਹਾਂ ਬਾਇਓਗੈਸ ਜਿਹੜੀ ਹੈ ਉਸ ਵਿੱਚ ਮਿਥੇਨ ਜਿਹੜੀ ਹੈ ਉਹ ਕਾਫੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਬਾਇਓਗੈਸ ਵਿੱਚ 75% ਮਿਥੇਨ ਹੁੰਦੀ ਹੈ, ਮਤਲਬ ਬਾਇਓਗੈਸ ਦਾ ਜਿਹੜਾ ਮੁੱਖ ਘਟਕ ਹੈ ਉਹ ਮਿਥੇਨ ਹੈ। ਫਿਰ ਜਦੋਂ ਗੈਸ ਬਣ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਿੱਛੇ ਮਟੀਰੀਅਲ ਬਚ ਜਾਂਦਾ ਹੈ ਉਹ ਇਸ ਨਿਕਾਸ ਟੰਕੀ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਇਸ ਨੂੰ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਬਾਇਓਗੈਸ ਦੇ ਲਾਭ, ਇਹ ਧੂੰਆਂ ਪੈਦਾ ਨਹੀਂ ਕਰਦੀ, ਇਹ ਜਲਣ ਤੋਂ ਬਾਅਦ ਵਾਧੂ ਪਦਾਰਥ ਵੀ ਨਹੀਂ ਪੈਦਾ ਕਰਦੀ, ਜਿਸ ਤਰ੍ਹਾਂ ਰਾਖ ਹੋ ਗਈ ਜਾਂ ਜ਼ਹਿਰੀਲੀਆਂ ਗੈਸਾਂ ਹੋ ਗਈ, ਇਹ ਕੁਝ ਵੀ ਅਜਿਹਾ ਪੈਦਾ ਨਹੀਂ ਕਰਦੀ। ਅਤੇ ਇਸ ਦਾ ਤਾਪਨ ਸਮਰੱਥਾ ਵੀ ਕਾਫੀ ਉੱਚੀ ਹੈ, ਇਸ ਦੀ ਤਾਪਨ ਸਮਰੱਥਾ ਕਾਫੀ ਉੱਚੀ ਹੈ। ਹੁਣ ਬਾਇਓਗੈਸ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾ ਸਕਦੀ ਹੈ। ਬਾਇਓਗੈਸ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਰੋਸ਼ਨੀ ਲਈ ਵੀ ਕੀਤੀ ਜਾਂਦੀ ਹੈ, ਸਟਰੀਟ ਲਾਈਟਸ ਵਿੱਚ ਇਹ ਵਰਤੀ ਜਾਂਦੀ ਹੈ ਰੋਸ਼ਨੀ ਕਰਨ ਲਈ। ਬਚੀ ਸਲਰੀ ਦੀ ਵਰਤੋਂ ਖਾਦ ਦੇ ਰੂਪ ਵਿੱਚ ਹੁੰਦੀ ਹੈ ਜੋ ਕਿ ਨਾਈਟ੍ਰੋਜਨ ਭਰਪੂਰ ਹੁੰਦੀ ਹੈ। ਉਸ ਤੋਂ ਬਾਅਦ ਹੈ ਪੌਣ ਊਰਜਾ। ਸੂਰਜ ਦੀਆਂ ਵਿਕਿਰਨਾਂ ਦੁਆਰਾ ਭੂ ਖੰਡਾਂ ਦੇ ਇੱਕੋ ਜਿਹਾ ਗਰਮ ਨਾ ਹੋਣ ਦੇ ਕਾਰਨ ਹਵਾ ਵਿੱਚ ਗਤੀ ਪੈਦਾ ਹੁੰਦੀ ਹੈ ਅਤੇ ਪੌਣਾਂ ਦੀ ਗਤੀ ਕਾਰਨ ਪੈਦਾ ਹੋਈ ਊਰਜਾ ਨੂੰ ਪੌਣ ਊਰਜਾ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ। ਪੌਣ ਊਰਜਾ ਦਾ ਉਪਯੋਗ ਪੌਣ ਚੱਕੀਆਂ ਦੁਆਰਾ ਯੰਤਰਿਕ ਕਾਰਜ ਵਿੱਚ ਹੁੰਦਾ ਹੈ। ਪੌਣ ਚੱਕੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਹੁੰਦੀ ਹੈ। ਪੌਣ ਚੱਕੀ ਦੀ ਵਰਤੋਂ ਖੂਹ ਵਿੱਚੋਂ ਪਾਣੀ ਖਿੱਚਣ ਲਈ ਵੀ ਕੀਤੀ ਜਾਂਦੀ ਹੈ। ਪੌਣ ਊਰਜਾ ਫਾਰਮ, ਕਿਸੇ ਵੱਡੇ ਖੇਤਰ ਵਿੱਚ ਬਹੁਤ ਸਾਰੀਆਂ ਪੌਣ ਚੱਕੀਆਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਖੇਤਰ ਨੂੰ ਪੌਣ ਊਰਜਾ ਫਾਰਮ ਕਹਿੰਦੇ ਹਨ। ਮਤਲਬ ਇੱਕ ਪੌਣ ਊਰਜਾ ਫਾਰਮ ਵਿੱਚ ਬਹੁਤ ਸਾਰੀਆਂ ਪੌਣ ਚੱਕੀਆਂ ਲੱਗੀਆਂ ਹੁੰਦੀਆਂ। ਫਿਰ ਟਰਬਾਈਨ ਦੀ ਲੋੜੀਂਦੀ ਚਾਲ ਬਣਾਏ ਰੱਖਣ ਲਈ ਜਿਹੜੀ ਪੌਣ ਦੀ ਚਾਲ ਹੈ ਉਹ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋਣੀ ਚਾਹੀਦੀ ਹੈ। ਮਤਲਬ ਘੱਟ ਤੋਂ ਘੱਟ ਇਹ ਜਿਹੜੀ ਗਤੀ ਹੈ, ਪੌਣ ਦੀ ਜਿਹੜੀ ਗਤੀ ਦੀ ਚਾਲ ਹੈ ਉਹ 15 ਕਿਲੋਮੀਟਰ ਪ੍ਰਤੀ ਘੰਟਾ ਹੋਵੇ ਜਾਂ ਇਸ ਤੋਂ ਵੱਧ ਹੋਵੇ। ਫਿਰ ਪੌਣ ਊਰਜਾ ਦੇ ਸਾਨੂੰ ਬਹੁਤ ਸਾਰੇ ਲਾਭ ਹਨ। ਇਹ ਇੱਕ ਮਹੱਤਵਪੂਰਨ ਨਵਿਆਉਣਯੋਗ ਊਰਜਾ ਸਰੋਤ ਹੈ ਜੋ ਕਿ ਕੁਦਰਤੀ ਰੂਪ ਵਿੱਚ ਮੌਜੂਦ ਹੈ। ਫਿਰ ਇਹ ਵਾਤਾਵਰਨ ਪੱਖੀ ਹੈ, ਪ੍ਰਦੂਸ਼ਣ ਪੈਦਾ ਨਹੀਂ ਕਰਦਾ, ਵਾਤਾਵਰਨ ਨੂੰ ਮਤਲਬ ਨੁਕਸਾਨ ਨਹੀਂ ਪਹੁੰਚਾਉਂਦਾ। ਫਿਰ ਇਸ ਦਾ ਖਰਚ ਵੀ ਘੱਟ ਹੁੰਦਾ ਹੈ, ਮਤਲਬ ਪੌਣ ਜਿਹੜੀ ਹੈ ਉਹ ਫ੍ਰੀ ਆਫ ਕਾਸਟ ਹੈ। ਪਰ ਇਸ ਦੀਆਂ ਕੁਝ ਹਾਨੀਆਂ ਵੀ ਹੈ ਪੌਣ ਊਰਜਾ ਦੀਆਂ, ਕਿਉਂਕਿ ਪੌਣ ਊਰਜਾ ਫਾਰਮ ਲਈ ਵੱਡੇ ਖੇਤਰ ਦੀ ਜ਼ਰੂਰਤ ਹੁੰਦੀ ਹੈ ਅਤੇ ਹਰ ਜਗ੍ਹਾ 'ਤੇ ਇਹ ਬਹੁਤ ਜ਼ਿਆਦਾ ਵੱਡਾ ਖੇਤਰ ਜਿਹੜਾ ਅਵੇਲੇਬਲ ਨਹੀਂ ਹੁੰਦਾ। ਦੂਜੀ ਗੱਲ, ਇਸ ਦੀ ਵਧੇਰੇ ਸਾਂਭ ਸੰਭਾਲ ਕਰਨੀ ਪੈਂਦੀ ਹੈ, ਮਤਲਬ ਇਸ ਨੂੰ ਵਧੇਰੇ ਸਾਂਭ ਸੰਭਾਲ ਦੀ ਲੋੜ ਹੁੰਦੀ ਹੈ ਪੌਣ ਊਰਜਾ ਫਾਰਮ ਨੂੰ।
ਤੇ ਇਸ ਦਾ ਮੁੱਢਲਾ ਖਰਚਾ ਬਹੁਤ ਜ਼ਿਆਦਾ ਮਤਲਬ ਪੌਣ ਊਰਜਾ ਫਾਰਮ ਤਿਆਰ ਕਰਨ ਲਈ ਜਿਹੜਾ ਖਰਚਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਹੈ ਨਵਿਆਨਯੋਗ ਪੂਰਤੀਯੋਗ ਊਰਜਾ ਸਰੋਤ। ਉਹ ਊਰਜਾ ਸਰੋਤ ਜੋ ਕੁਦਰਤ ਵਿੱਚ ਲਗਾਤਾਰ ਪੈਦਾ ਕੀਤੇ ਜਾ ਰਹੇ ਹਨ ਅਤੇ ਜਿਹੜੇ ਕਦੇ ਖਤਮ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਨਵਿਆਨਯੋਗ ਜਾਂ ਪੂਰਤੀਯੋਗ ਊਰਜਾ ਸਰੋਤ ਕਹਿ ਦਿੰਦੇ ਹਾਂ। ਉਦਾਹਰਨ ਦੇ ਤੌਰ 'ਤੇ ਸੂਰਜੀ ਊਰਜਾ, ਪੌਣ ਊਰਜਾ, ਜਵਾਰ ਊਰਜਾ ਆਦਿ। ਹੁਣ ਸਭ ਤੋਂ ਪਹਿਲਾਂ ਅਸੀਂ ਸੂਰਜੀ ਊਰਜਾ ਬਾਰੇ ਪੜ੍ਹਾਂਗੇ। ਸੂਰਜ ਦੀਆਂ ਵਿਕਿਰਨਾਂ ਦੁਆਰਾ ਪ੍ਰਾਪਤ ਊਰਜਾ ਨੂੰ ਸੂਰਜੀ ਊਰਜਾ ਕਹਿੰਦੇ ਹਨ। ਅਤੇ ਕੁਝ ਉਦਾਹਰਨ ਹਨ ਸੂਰਜੀ ਊਰਜਾ ਦਾ ਜਿੱਥੇ ਉਪਯੋਗ ਕੀਤਾ ਜਾਂਦਾ ਹੈ, ਉਹ ਇਸ ਤਰ੍ਹਾਂ ਹਨ। ਸਭ ਤੋਂ ਪਹਿਲੇ ਹੈ ਸੋਲਰ ਕੁੱਕਰ, ਜਿਸ ਨੂੰ ਤੁਸੀਂ ਸੂਰਜੀ ਕੁੱਕਰ ਕਹਿੰਦੇ ਹੋ। ਸੋਲਰ ਕੁੱਕਰ ਸੂਰਜੀ ਕੁੱਕਰ ਇੱਕ ਅਜਿਹਾ ਯੰਤਰ ਹੈ ਜੋ ਸੂਰਜੀ ਊਰਜਾ ਦੀ ਵਰਤੋਂ ਕਰਕੇ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ। ਇੱਥੇ ਚਿੱਤਰ ਵਿੱਚ ਦਰਸਾਇਆ ਵੀ ਗਿਆ। ਸੂਰਜੀ ਕੁੱਕਰ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਉਹ ਜਿਸ ਵਿੱਚ ਸਮਤਲ ਦਰਪਣ ਪਰਾਵਰਤਕ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਅਤੇ ਦੂਸਰਾ ਉਹ ਜਿਸ ਵਿੱਚ ਗੋਲਾਕਾਰ ਦਰਪਣ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਹੈ ਸੂਰਜੀ ਸੈੱਲ। ਸੂਰਜੀ ਸੈੱਲ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦੇ ਹਨ। ਧੁੱਪ ਵਿੱਚ ਰੱਖੇ ਹੋਏ ਕਿਸੇ ਨਮੂਨੇ ਦੇ ਸੂਰਜੀ ਸੈੱਲ ਤੋਂ 0.5 ਤੋਂ 1.0 ਵੋਲਟ ਤੱਕ ਜਿਹੜੀ ਹੈ ਵੋਲਟੇਜ ਵਿਕਸਿਤ ਕੀਤੀ ਜਾਂਦੀ ਹੈ ਜਾਂ ਵਿਕਸਿਤ ਹੁੰਦੀ ਹੈ, ਅਤੇ ਲਗਭਗ 0.7 ਵਾਟ ਬਿਜਲੀ ਪੈਦਾ ਕਰ ਸਕਦਾ ਹੈ ਇੱਕ ਜਿਹੜਾ ਸੂਰਜੀ ਸੈੱਲ ਹੈ। ਜਦੋਂ ਬਹੁਤ ਸਾਰੀ ਸੰਖਿਆ ਵਿੱਚ ਸੂਰਜੀ ਸੈੱਲਾਂ ਨੂੰ ਵਿਸ਼ੇਸ਼ ਢੰਗ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਵਿਵਸਥਾ ਸੂਰਜੀ ਸੈੱਲ ਪੈਨਲ ਕਹਾਉਂਦੀ ਹੈ। ਮਤਲਬ ਸੂਰਜੀ ਸੈੱਲ ਪੈਨਲ ਬਹੁਤ ਸਾਰੇ ਸੂਰਜੀ ਸੈੱਲਾਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਬੇਟਾ ਇੱਥੇ ਤੁਸੀਂ ਸੂਰਜੀ ਸੈੱਲ ਪੈਨਲ ਦਾ ਚਿੱਤਰ ਵੀ ਦੇਖ ਸਕਦੇ ਹੋ। ਹੁਣ ਸੂਰਜੀ ਸੈੱਲ ਦੇ ਉਪਯੋਗ ਕਿੱਥੇ ਕਿੱਥੇ ਇਹਨਾਂ ਦਾ ਉਪਯੋਗ ਕੀਤਾ ਜਾਂਦਾ ਹੈ। ਬਨਾਵਟੀ ਉਪਗ੍ਰਹਿ ਅਤੇ ਪੁਲਾੜਯਾਨਾਂ ਵਿੱਚ ਇਹਨਾਂ ਦਾ ਉਪਯੋਗ ਕੀਤਾ ਜਾਂਦਾ ਹੈ, ਜਿਵੇਂ ਮੰਗਲ ਔਰਬਿਟਸ ਵਿੱਚ ਸੂਰਜੀ ਸੈੱਲਾਂ ਦਾ ਉਪਯੋਗ ਹੁੰਦਾ ਹੈ। ਫਿਰ ਰੇਡੀਓ ਅਤੇ ਵਾਇਰਲੈਸ ਸੰਚਾਰ ਯੰਤਰਾਂ ਅਤੇ ਦੂਰ ਖੇਤਰ ਦੇ ਟੀਵੀ ਰਿਲੇ ਕੇਂਦਰਾਂ ਵਿੱਚ ਸੂਰਜੀ ਸੈੱਲ ਪੈਨਲ ਉਪਯੋਗ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਟ੍ਰੈਫਿਕ ਸਿਗਨਲਾਂ ਵਿੱਚ, ਕੈਲਕੂਲੇਟਰਾਂ ਵਿੱਚ ਅਤੇ ਬਹੁਤ ਸਾਰੇ ਖਿਡੌਣਿਆਂ ਵਿੱਚ ਵੀ ਸੂਰਜੀ ਸੈੱਲ ਜਿਹੜੇ ਆ ਉਹ ਵਰਤੇ ਜਾਂਦੇ ਹਨ। ਨੈਕਸਟ ਇਜ਼ ਜਵਾਰ ਊਰਜਾ। ਬੇਟਾ ਤੁਹਾਨੂੰ ਪਤਾ ਹੈ ਕਿ ਧਰਤੀ ਘੁੰਮਣ ਗਤੀ ਕਰਦੀ ਹੈ ਅਤੇ ਧਰਤੀ ਉੱਪਰ ਮੌਜੂਦ ਸਮੁੰਦਰਾਂ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਚੰਦਰਮਾ ਦੇ ਗੁਰੂਤਵਾ ਖਿੱਚ ਦੇ ਕਾਰਨ ਚੜ੍ਹਦਾ ਅਤੇ ਉਤਰਦਾ ਰਹਿੰਦਾ ਹੈ, ਅਤੇ ਇਸ ਵਰਤਾਰੇ ਨੂੰ ਜਵਾਰ ਭਾਟਾ ਕਹਿੰਦੇ ਹਨ। ਜਵਾਰ ਊਰਜਾ ਦੀ ਪ੍ਰਾਪਤੀ ਸਮੁੰਦਰ ਦੇ ਕਿਸੇ ਤੰਗ ਖੇਤਰ ਉੱਤੇ ਬੰਨ ਦਾ ਨਿਰਮਾਣ ਕਰਕੇ ਕੀਤੀ ਜਾਂਦੀ ਹੈ, ਅਤੇ ਬੰਨ ਦੇ ਦਰਵਾਜ਼ੇ ਉੱਤੇ ਸਥਾਪਿਤ ਟਰਬਾਈਨ ਜਵਾਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲ ਦਿੰਦੀ ਹੈ, ਰੂਪਾਂਤਰਿਤ ਕਰ ਦਿੰਦੀ ਹੈ। ਨੈਕਸਟ ਇਜ਼ ਤਰੰਗ ਊਰਜਾ। ਸਮੁੰਦਰ ਦੇ ਨੇੜੇ ਵਿਸ਼ਾਲ ਤਰੰਗਾਂ ਦੀ ਗਤਿਜ ਊਰਜਾ ਨੂੰ ਵੀ ਬਿਜਲੀ ਪੈਦਾ ਕਰਨ ਲਈ ਟਰੈਪ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਹੈ। ਤਰੰਗ ਊਰਜਾ ਨੂੰ ਟਰੈਪ ਕਰਨ ਲਈ ਕਈ ਤਰਕੀਬਾਂ ਵਿਕਸਿਤ ਕੀਤੀਆਂ ਗਈਆਂ ਹਨ ਤਾਂ ਜੋ ਟਰਬਾਈਨ ਨੂੰ ਘੁਮਾ ਕੇ ਬਿਜਲੀ ਪੈਦਾ ਕਰਨ ਲਈ ਇਹਨਾਂ ਦਾ ਉਪਯੋਗ ਕੀਤਾ ਜਾ ਸਕੇ। ਨੈਕਸਟ ਇਜ਼ ਸਮੁੰਦਰੀ ਤਾਪ ਊਰਜਾ। ਸਮੁੰਦਰਾਂ ਜਾਂ ਮਹਾਸਾਗਰਾਂ ਦੇ ਤਲ ਦਾ ਪਾਣੀ ਸੂਰਜ ਦੁਆਰਾ ਗਰਮ ਹੋ ਜਾਂਦਾ ਹੈ, ਜਦੋਂ ਕਿ ਇਹਨਾਂ ਦੀ ਗਹਿਰਾਈ ਵਾਲੇ ਭਾਗ ਦਾ ਪਾਣੀ ਠੰਡਾ ਹੁੰਦਾ ਹੈ। ਤਾਪਮਾਨ ਦੇ ਇਸ ਅੰਤਰ ਦਾ ਉਪਯੋਗ ਸਮੁੰਦਰੀ ਤਾਪ ਊਰਜਾ ਰੂਪਾਂਤਰਣ ਪਲਾਂਟ ਵਿੱਚ ਬਿਜਲੀ ਊਰਜਾ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਇਹ ਪਲਾਂਟ ਕੇਵਲ ਉਦੋਂ ਕੰਮ ਕਰਦੇ ਹਨ ਜਦੋਂ ਮਹਾਸਾਗਰਾਂ ਦੇ ਤਲ ਦੇ ਪਾਣੀ ਅਤੇ 2 ਕਿਲੋਮੀਟਰ ਤੱਕ ਦੀ ਗਹਿਰਾਈ 'ਤੇ ਪਾਣੀ ਦੇ ਤਾਪਮਾਨ ਵਿੱਚ 20 ਡਿਗਰੀ ਸੈਲਸੀਅਸ 293 ਕੈਲਵਿਨ ਜਾਂ ਇਸ ਤੋਂ ਵੱਧ ਅੰਤਰ ਹੋਵੇ। ਅਮੋਨੀਆ ਦੇ ਵਾਸ਼ਪ ਦਾ ਉਪਯੋਗ ਟਰਬਾਈਨ ਨੂੰ ਘੁਮਾਉਣ ਲਈ ਕੀਤਾ ਜਾਂਦਾ ਹੈ। ਨੈਕਸਟ ਭੂ ਤਾਪ ਊਰਜਾ। ਭੂਮੀ ਦੇ ਅੰਦਰ ਪਰਿਵਰਤਨਾਂ ਦੇ ਕਾਰਨ ਪ੍ਰਿਥਵੀ ਦੀ ਪੇਪੜੀ ਵਿੱਚ ਡੂੰਘਾਈ 'ਤੇ ਗਰਮ ਖੇਤਰਾਂ ਵਿੱਚ ਮੌਜੂਦ ਪਿਘਲੀਆਂ ਚੱਟਾਨਾਂ ਉੱਪਰ ਧਕੇਲ ਦਿੱਤੀਆਂ ਜਾਂਦੀਆਂ ਹਨ। ਜਿਹੜੀ ਪਿਘਲੀਆਂ ਹੋਈਆਂ ਚੱਟਾਨਾਂ ਉਹ ਉੱਪਰ ਧਕੇਲ ਦਿੱਤੀਆਂ ਜਾਂਦੀਆਂ ਹਨ। ਭੂਮੀ ਅੰਦਰਲਾ ਪਾਣੀ ਇਹਨਾਂ ਗਰਮ ਚੱਟਾਨਾਂ ਦੇ ਸੰਪਰਕ ਵਿੱਚ ਆ ਕੇ ਭਾਫ਼ ਪੈਦਾ ਕਰਦਾ ਹੈ। ਇਹ ਭਾਫ਼ ਬਿਜਲੀ ਟਰਬਾਈਨ ਨੂੰ ਘੁਮਾਉਂਦੀ ਹੈ ਅਤੇ ਫਿਰ ਇਸ ਤੋਂ ਬਿਜਲੀ ਪੈਦਾ ਹੁੰਦੀ ਹੈ। ਨੈਕਸਟ ਇਜ਼ ਨਿਊਕਲੀਅਰ ਊਰਜਾ। ਨਿਊਕਲੀਅਰ ਵਿਖੰਡਨ ਦੀ ਪ੍ਰਕਿਰਿਆ ਵਿੱਚ ਇੱਕ ਭਾਰੀ ਪਰਮਾਣੂ
ਜਦੋਂ ਇੱਕ ਨਿਊਟਰੋਨ ਨਾਲ ਟਕਰਾਉਂਦਾ ਹੈ, ਸਲੋ ਮੂਵਿੰਗ ਨਿਊਟਰੋਨ ਨਾਲ ਟਕਰਾਉਂਦਾ ਹੈ, ਤਾਂ ਇਹ ਛੋਟੇ ਪਰਮਾਣੂਆਂ ਵਿੱਚ ਟੁੱਟ ਜਾਂਦਾ ਹੈ, ਜਿਸ ਕਾਰਨ ਬਹੁਤ ਭਾਰੀ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ। ਇਸ ਊਰਜਾ ਦੀ ਵਰਤੋਂ ਪਾਣੀ ਤੋਂ ਭਾਫ਼ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਇਹ ਭਾਫ਼ ਜਨਰੇਟਰ ਦੀਆਂ ਟਰਬਾਈਨਾਂ ਨੂੰ ਘੁਮਾਉਂਦੀ ਹੈ ਅਤੇ ਫਿਰ ਟਰਬਾਈਨ ਜਦੋਂ ਘੁੰਮਦੀ ਹੈ, ਜਨਰੇਟਰ ਵਰਕ ਕਰਦਾ ਅਤੇ ਉਸ ਤੋਂ ਫਿਰ ਬਿਜਲੀ ਪੈਦਾ ਹੁੰਦੀ ਹੈ। ਨਿਊਕਲੀਅਰ ਊਰਜਾ ਦੀਆਂ ਹਾਨੀਆਂ ਵੀ ਹਨ। ਬੇਟਾ, ਨਿਊਕਲੀਅਰ ਬਾਲਣ ਦਾ ਭੰਡਾਰਨ ਅਤੇ ਨਿਪਟਾਰਾ ਕਰਨਾ ਬਹੁਤ ਹੀ ਖਤਰਨਾਕ ਕੰਮ ਹੈ। ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ, ਕਿਉਂਕਿ ਕਿਉਂਕਿ ਇਹ ਨਾ ਰੇਡੀਓ ਐਕਟਿਵ ਹੁੰਦਾ ਹੈ। ਇਹ ਰੇਡੀਓ ਐਕਟਿਵ ਰੇਡੀਏਸ਼ਨਸ ਛੱਡਦਾ ਹੈ, ਜਿਹੜੇ ਕਿ ਵਾਤਾਵਰਣ ਲਈ ਹਾਨੀਕਾਰਕ ਹੁੰਦੀਆਂ ਹਨ। ਫਿਰ ਨਿਊਕਲੀਅਰ ਪਾਵਰ ਪਲਾਂਟਾਂ ਦੀ ਸਥਾਪਤੀ 'ਤੇ ਖਰਚ ਬਹੁਤ ਜ਼ਿਆਦਾ ਹੁੰਦਾ ਹੈ, ਅਤੇ ਜਿਹੜਾ ਯੂਰੇਨੀਅਮ ਹੈ ਉਸ ਦੇ ਭੰਡਾਰ ਵੀ ਸੀਮਿਤ ਹਨ। ਇਸ ਦੇ ਖਤਮ ਹੋਣ ਦਾ ਵੀ ਡਰ ਹੈ। ਵਾਤਾਵਰਣ 'ਤੇ ਪ੍ਰਭਾਵ। ਕੋਈ ਵੀ ਊਰਜਾ ਦਾ ਸੋਮਾ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਜੋ ਕੋਈ ਪ੍ਰਦੂਸ਼ਣ ਨਾ ਕਰੇ, ਹੈ ਨਾ। ਅਤੇ ਬੇਟਾ, ਸਿਰਫ ਪ੍ਰਦੂਸ਼ਣ ਦੀ ਮਾਤਰਾ ਅਤੇ ਸੁਭਾਅ ਦਾ ਹੀ ਫਰਕ ਹੁੰਦਾ ਹੈ। ਊਰਜਾ ਦਾ ਸਰੋਤ ਜਿਵੇਂ ਕਿ ਸੂਰਜੀ ਸੈੱਲ ਪ੍ਰਦੂਸ਼ਣ ਰਹਿਤ ਹੈ, ਪਰੰਤੂ ਇਸ ਦੀ ਸਥਾਪਤੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀ ਹੈ। CNG ਕੰਪਰੈਸਡ ਨੈਚੁਰਲ ਗੈਸ ਨੂੰ ਵੀ ਇੱਕ ਸਾਫ਼ ਸੁਥਰਾ ਬਾਲਣ ਕਿਹਾ ਜਾਂਦਾ ਹੈ, ਪਰੰਤੂ ਇਸ ਦੇ ਬਲਣ 'ਤੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਜਿਹੜਾ ਊਰਜਾ ਦਾ ਸੋਮਾ ਹੈ ਉਹ ਪੂਰੀ ਤਰ੍ਹਾਂ ਸਾਫ਼ ਨਹੀਂ ਹੈ। ਬੇਟਾ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਆਪਣੇ ਟੈਸਟ ਦੀ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ। ਇਹ ਸਾਰੇ ਟੌਪਿਕ ਨੂੰ ਤੁਸੀਂ ਚੰਗੀ ਤਰ੍ਹਾਂ ਰਿਵਾਈਜ਼ ਕਰੋਗੇ। ਆਲ ਦਾ ਬੈਸਟ ਫॉर ਯੋਰ ਐਗਜ਼ਾਮ। ਥੈਂਕ ਯੂ ਵੈਰੀ ਮੱਚ।